ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਨਵਜੋਤ ਕੌਰ ਹੈ ਅਤੇ ਮੈਂ ECE ਦੀ ਲੈਕਚਰਰ ਹਾਂ। ਮੈਂ ਤੁਹਾਨੂੰ ECE 3rd ਸਮੈਸਟਰ ਦਾ ਸਬਜੈਕਟ ਡਿਜੀਟਲ ਇਲੈਕਟ੍ਰੋਨਿਕਸ ਪੜ੍ਹਾਵਾਂਗੀ। ਡਿਜੀਟਲ ਇਲੈਕਟ੍ਰੋਨਿਕਸ ਸਬਜੈਕਟ ਦੇ ਵਿੱਚ ਆਪਾਂ ਇਹ ਸਾਰੇ ਚੈਪਟਰਸ ਕਵਰ ਕਰਾਂਗੇ। ਸਭ ਤੋਂ ਪਹਿਲਾਂ ਇੰਟਰੋਡਕਸ਼ਨ, ਨੰਬਰ ਸਿਸਟਮ, ਕੋਡਸ ਐਂਡ ਪੈਰਿਟੀ, ਲੌਜਿਕ ਗੇਟਸ ਐਂਡ ਫੈਮਿਲੀਜ਼, ਲੌਜਿਕ ਸਿੰਪਲੀਫਿਕੇਸ਼ਨਸ, arithmetic circuits, decoders, multiplexers and demultiplexers, latches and flip-flops, shift registers, counters, analog to digital converters and digital to analog converters। ਇਹ ਸਾਰੇ ਚੈਪਟਰ ਆਪਾਂ ਵਾਰੀ-ਵਾਰੀ ਡਿਟੇਲ ਦੇ ਵਿੱਚ ਕਰਾਂਗੇ। ਅੱਜ ਆਪਾਂ ਦੇਖਾਂਗੇ ਸਭ ਤੋਂ ਪਹਿਲਾ ਚੈਪਟਰ ਇੰਟਰੋਡਕਸ਼ਨ ਟੂ ਡਿਜੀਟਲ ਇਲੈਕਟ੍ਰੋਨਿਕਸ। ਆਪਾਂ ਡਿਜੀਟਲ ਇਲੈਕਟ੍ਰੋਨਿਕਸ ਦੀ ਡੈਫੀਨੇਸ਼ਨ ਦੇਖਾਂਗੇ। Digital electronics is a field of electronics involving the study of digital signals and the engineering of devices that use or produce them। ਤਾਂ digital electronics ਦਾ ਇੱਕ ਇਹੋ ਜਿਹਾ ਫੀਲਡ ਹੈ ਜਿਸ ਵਿੱਚ ਅਸੀਂ ਡਿਜੀਟਲ ਸਿਗਨਲਸ ਬਾਰੇ ਸਟੱਡੀ ਕਰਾਂਗੇ ਕਿ ਇੰਜੀਨੀਅਰਿੰਗ ਡਿਵਾਈਸਿਸ ਦੇ ਵਿੱਚ ਕਿਸ ਤਰ੍ਹਾਂ ਯੂਜ਼ ਕੀਤੇ ਜਾਂਦੇ ਨੇ ਅਤੇ ਇੰਜੀਨੀਅਰਿੰਗ ਡਿਵਾਈਸਿਸ ਦੁਆਰਾ ਕਿਵੇਂ ਇਹਨਾਂ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ। ਸਿਗਨਲ ਦੀ ਕੀ ਪਰਿਭਾਸ਼ਾ ਹੈ? In electronics, a signal is an electromagnetic or light wave that represents data। ਤਾਂ ਸਿਗਨਲ ਕੀ ਹੈ? ਇੱਕ ਇਲੈਕਟ੍ਰੋਮੈਗਨੈਟਿਕ ਫਾਰਮ ਦੇ ਵਿੱਚ ਹੈ। ਮਤਲਬ ਸਿਗਨਲ ਦੇ ਵਿੱਚ ਕੀ ਹੋਣਗੇ? ਲਾਈਟ ਵੇਵ ਦੇ ਵਿੱਚ ਕੀ ਹੋਏਗਾ? ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਜੋ ਕੀ ਰਿਪਰੈਜ਼ੈਂਟ ਕਰਨਗੇ? ਡਾਟਾ ਨੂੰ। ਸਿਗਨਲਸ ਆਰ ਯੂਜ਼ਡ ਟੂ ਟਰਾਂਸਫਰ ਡਾਟਾ ਫਰੋਮ ਵਨ ਪਲੇਸ ਟੂ ਅਨਦਰ। ਤਾਂ ਸਿਗਨਲ ਦਾ ਕੰਮ ਕੀ ਹੁੰਦਾ ਹੈ? ਡਾਟਾ ਨੂੰ, ਆਪਣੀ ਇਨਫੋਰਮੇਸ਼ਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਟਰਾਂਸਫਰ ਕਰਨਾ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਭੇਜਣ ਦਾ ਕੰਮ ਸਿਗਨਲਸ ਕਰਦੇ ਹਨ। ਟਾਈਪਸ ਆਫ ਸਿਗਨਲ ਕਿੰਨੇ ਟਾਈਪ ਦੇ ਹੁੰਦੇ ਨੇ? ਸਿਗਨਲ ਦੋ ਤਰ੍ਹਾਂ ਦੇ ਸਿਗਨਲ ਨੇ। ਇਹਨਾਂ ਨੂੰ ਆਪਾਂ ਦੋ ਤਰੀਕੇ ਨਾਲ ਕਲਾਸੀਫਾਈ ਕਰਦੇ ਹਾਂ, ਐਨਾਲੌਗ ਸਿਗਨਲ ਤੇ ਡਿਜੀਟਲ ਸਿਗਨਲਸ। ਐਨਾਲੌਗ ਸਿਗਨਲ ਕੀ ਹੁੰਦੇ ਨੇ? ਜਿੰਨੇ ਵੀ ਆਪਣੇ ਰੀਅਲ ਲਾਈਫ ਸਿਗਨਲ ਐਗਜ਼ਿਸਟ ਕਰਦੇ ਨੇ ਉਹ ਸਾਰੇ ਕੀ ਨੇ? ਐਨਾਲੌਗ ਸਿਗਨਲ। ਇਹ ਕੀ ਹੁੰਦੇ ਨੇ? ਨੇਚਰ ਵਿੱਚ ਐਗਜ਼ਿਸਟ ਕਰਦੇ ਨੇ, ਨੈਚੁਰਲ ਸਿਗਨਲ ਹੁੰਦੇ ਨੇ। ਇਹਨਾਂ ਨੂੰ ਆਰਟੀਫਿਸ਼ਲੀ ਪ੍ਰੋਸੈਸ ਨਹੀਂ ਕੀਤਾ ਜਾਂਦਾ, ਇਹ ਆਪਣੇ ਨੇਚਰ ਵਿੱਚ ਹੀ ਐਗਜ਼ਿਸਟ ਕਰਦੇ ਨੇ। ਐਨ ਐਨਾਲੌਗ ਸਿਗਨਲ ਇਜ਼ ਅ ਸਿਗਨਲ ਵਿਚ ਕੰਟੀਨਿਊਸਲੀ ਵੈਰੀ ਵਿਦ ਟਾਈਮ। ਤਾਂ ਐਨਾਲੌਗ ਸਿਗਨਲ ਉਹ ਸਿਗਨਲ ਹੈ ਜਿਹੜਾ ਹਰ ਟਾਈਮ ਸਮੇਂ ਦੇ ਨਾਲ ਕੀ ਕਰਦਾ ਰਹਿੰਦਾ? ਟਾਈਮ ਦੇ ਨਾਲ ਕੀ ਕਰਦਾ ਰਹਿੰਦਾ? ਵੈਲਿਊ ਚੇਂਜ ਕਰਦਾ ਰਹਿੰਦਾ ਆਪਣੀ। ਜਿਸ ਤਰ੍ਹਾਂ ਕੀ ਆ ਮੇਰੀ ਆਵਾਜ਼ ਜੋ ਕਿ ਹੋਏਗੀ ਹਰ ਟਾਈਮ ਬਦਲਦੀ ਰਹੇਗੀ, ਕਿਸੇ ਟਾਈਮ ਜ਼ਿਆਦਾ ਆਏਗੀ, ਕਿਸੇ ਟਾਈਮ ਘੱਟ ਲੱਗੇਗੀ। ਤਾਂ ਉਸੇ ਤਰ੍ਹਾਂ ਟੈਂਪਰੇਚਰ ਆ, ਜਿਵੇਂ ਆਪਣਾ ਤਾਪਮਾਨ ਹੈ ਉਹ ਸਾਰਾ ਦਿਨ ਬਦਲਦਾ ਰਹਿੰਦਾ ਹੈ। ਸਵੇਰ ਦੇ ਟਾਈਮ ਟੈਂਪਰੇਚਰ ਦੀ ਵੈਲਿਊ ਕੁਛ ਹੋਏਗੀ, ਸ਼ਾਮ ਦੇ ਟਾਈਮ ਟੈਂਪਰੇਚਰ ਦੀ ਵੈਲਿਊ ਚੇਂਜ ਹੋਏਗੀ। ਇਸ ਤਰ੍ਹਾਂ ਸਾਰਾ ਦਿਨ ਟੈਂਪਰੇਚਰ ਦੀ ਵੈਲਿਊ ਕੀ ਹੁੰਦੀ ਰਹਿੰਦੀ ਆ? ਚੇਂਜ ਹੁੰਦੀ ਰਹਿੰਦੀ ਆ। ਇਟ ਇਜ਼ ਰਿਪਰੈਜ਼ੈਂਟਡ ਬਾਈ ਸਾਈਨ ਵੇਵ। ਤੈਨੂੰ ਸਾਈਨ ਵੇਵ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। ਇਹਦੇ ਵਿੱਚ ਆਪਾਂ ਦੇਖਦੇ ਨੇ ਕਿ ਇੱਕ ਟਾਈਮ ਹੈਗਾ ਇਹਦਾ ਪੈਰਾਮੀਟਰ ਅਤੇ ਦੂਸਰਾ ਹੈਗਾ ਐਂਪਲੀਟਿਊਡ। ਤਾਂ ਐਂਪਲੀਟਿਊਡ ਕੀ ਇਹਦੇ ਵਿੱਚ ਵੇਰੀ ਕਰਦਾ ਰਹਿੰਦਾ ਵਿਦ ਰਿਸਪੈਕਟ ਟੂ ਟਾਈਮ। ਤਾਂ ਇਹਦਾ ਮਤਲਬ ਕਿ ਐਂਪਲੀਟਿਊਡ ਦੀ ਕੋਈ ਨਾ ਕੋਈ ਵੈਲਿਊ ਹੁੰਦੀ ਹੈ ਹਰ ਪੁਆਇੰਟ 'ਤੇ। ਕੋਈ ਇੱਕ ਲਿਮਿਟਿਡ ਰੇਂਜ ਦੇ ਵਿੱਚ ਆਪਾਂ ਨੂੰ ਕੋਈ ਨਾ ਕੋਈ ਦੀ ਜ਼ਰੂਰ ਵੈਲਿਊ ਮਿਲਦੀ ਹੈ। ਸੈਕਿੰਡ ਟਾਈਪ ਆਫ ਸਿਗਨਲਸ ਕੀ ਹੁੰਦੇ ਨੇ? ਡਿਜੀਟਲ ਸਿਗਨਲਸ। ਅ ਡਿਜੀਟਲ ਸਿਗਨਲ ਇਜ਼ ਅ ਸਿਗਨਲ ਵਿਚ ਹੈਜ਼ ਡਿਸਕ੍ਰੀਟ ਲੈਵਲਸ। ਤੁਹਾਨੂੰ ਹੁਣੇ ਦੱਸਿਆ ਕਿ ਜਿੰਨੇ ਵੀ ਆਪਣੇ ਕੋਲੇ ਨੇਚਰ ਦੇ ਵਿੱਚ ਸਿਗਨਲ ਐਗਜ਼ਿਸਟ ਕਰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਐਨਾਲੌਗ ਸਿਗਨਲਸ। ਅਤੇ ਜਦੋਂ ਇਹਨਾਂ ਸਿਗਨਲ ਨੂੰ ਪ੍ਰੋਸੈਸ ਕੀਤਾ ਜਾਂਦਾ ਤਾਂ ਆਪਾਂ ਕੀ ਬਣਾਉਂਦੇ ਹਾਂ? ਇੰਜੀਨੀਅਰਿੰਗ ਡਿਵਾਈਸਿਸ ਯੂਜ਼ ਕਰਕੇ ਆਪਾਂ ਇਹਨਾਂ ਨੂੰ ਕੀ ਕਰਦੇ ਹਾਂ? ਦੂਸਰੇ ਫਾਰਮ ਦੇ ਵਿੱਚ ਕਨਵਰਟ ਕਰਦੇ ਹਾਂ। ਮਤਲਬ ਕਿ ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਕਨਵਰਟ ਕੀਤਾ ਜਾਂਦਾ ਹੈ। ਕੀ ਯੂਜ਼ ਕਰਕੇ? ਕਨਵਰਟਰ ਯੂਜ਼ ਕਰਕੇ। ਤਾਂ ਆਪਾਂ ਇੱਕ ਕਨਵਰਟਰ ਦੀ ਮਦਦ ਨਾਲ, ਐਨਾਲੌਗ ਟੂ ਡਿਜੀਟਲ ਕਨਵਰਟਰ ਦੀ ਮਦਦ ਨਾਲ ਕੀ ਕਰਦੇ ਹਾਂ? ਐਨਾਲੌਗ ਸਿਗਨਲ ਨੂੰ ਇੱਕ ਡਿਜੀਟਲ ਸਿਗਨਲ ਦੇ ਵਿੱਚ ਕਨਵਰਟ ਕਰਦੇ ਹਾਂ। ਅਤੇ ਇੱਕ ਸੈਂਪਲਿੰਗ ਯੂਜ਼ ਕਰਕੇ ਆਪਾਂ ਇਹਨਾਂ ਦੇ ਦੋ ਡਿਸਕ੍ਰੀਟ ਲੈਵਲ ਸੈੱਟ ਕਰਦੇ ਹਾਂ। ਦੋ ਲੈਵਲ ਸੈੱਟ ਕੀਤੇ ਨੇ, ਇਹਨਾਂ ਦੀ ਕੋਈ ਬਹੁਤ ਸਾਰੀਆਂ, ਇੱਕ ਰੇਂਜ ਦੇ ਵਿੱਚ ਬਹੁਤ ਸਾਰੀ ਵੈਲਿਊਜ਼ ਨਹੀਂ ਹੋਣਗੀਆਂ। ਇਹਨਾਂ ਦੇ ਸਿਰਫ ਦੋ ਡਿਸਕ੍ਰੀਟ ਲੈਵਲ ਸੈੱਟ ਕੀਤੇ ਜਾਂਦੇ ਆ, ਆਈਦਰ 0 ਔਰ ਆਈਦਰ 1। ਇਟ ਇਜ਼ ਰਿਪਰੈਜ਼ੈਂਟਡ ਬਾਈ ਸਕੁਆਇਰ ਵੇਵ। ਇਹਨੂੰ ਆਪਾਂ ਸਕੁਆਇਰ ਵੇਵ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਜੇ ਤਾਂ ਆਪਣੇ ਕੋਲ ਲੌਜਿਕ 0 ਹੈ ਤਾਂ ਆਊਟਪੁੱਟ ਕੀ ਹੋਏਗੀ? 0 ਵੋਲਟ। ਜੇ ਲੌਜਿਕ 1 ਹੈ ਤਾਂ ਆਊਟਪੁੱਟ ਕੀ ਹੋਏਗੀ? 5 ਵੋਲਟ ਜਾਂ 3.5 ਤੋਂ ਲੈ ਕੇ 5 ਵੋਲਟ ਤੱਕ ਆਊਟਪੁੱਟ ਆਏਗੀ। ਇਹਨੂੰ ਆਪਾਂ ਹਾਈ ਲੈਵਲ ਅਤੇ ਲੋ ਲੈਵਲ ਨਾਲ ਵੀ ਇੰਡੀਕੇਟ ਕਰਦੇ ਹਾਂ। ਜੇ ਆਪਣੇ ਕੋਲ ਆਊਟਪੁੱਟ 0 ਆ ਤਾਂ ਫਿਰ ਕੀ ਹੋਏਗਾ? ਲੋ ਲੈਵਲ। ਜੇ ਆਊਟਪੁੱਟ 1 ਆ ਤਾਂ ਕੀ ਹੋਏਗਾ? ਹਾਈ ਲੈਵਲ। ਅਗਰ ਆਪਾਂ ਸਵਿਚਸ ਦੀ ਕੇਸ ਦੀ ਗੱਲ ਕਰਦੇ ਹਾਂ ਤਾਂ ਸਵਿਚਸ ਵਿੱਚ ਵੀ ਦੋ ਸਟੇਟਸ ਹੁੰਦੀਆਂ ਨੇ, ਔਨ ਅਤੇ ਆਫ ਸਟੇਟ। ਅਗਰ ਤਾਂ ਆਪਣੇ ਕੋਲ ਆਊਟਪੁੱਟ 0 ਹੈ ਤਾਂ ਸਵਿਚ ਕੀ ਹੋਏਗੀ? ਆਫ। ਅਗਰ ਆਪਣੇ ਕੋਲ ਆਊਟਪੁੱਟ 1 ਹੈ ਤਾਂ ਸਵਿਚ ਕੀ ਹੋਏਗੀ? ਔਨ। Difference between analog signal and digital signal।
ਹੁਣ ਆਪਾਂ ਐਨਾਲੌਗ ਸਿਗਨਲ ਅਤੇ ਡਿਜੀਟਲ ਸਿਗਨਲ ਦਾ ਡਿਫਰੈਂਸ ਦੇਖਾਂਗੇ। ਸਭ ਤੋਂ ਪਹਿਲਾ ਪੁਆਇੰਟ ਇਹਨਾਂ ਦੀ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ। ਆਪਾਂ ਪਿੱਛੇ ਹੀ ਦੇਖਿਆ ਕਿ ਆਪਾਂ ਇਹਨਾਂ ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਹਾਂ। ਆਪਾਂ ਡਿਜੀਟਲ ਸਿਗਨਲਸ ਨੂੰ ਸਕੁਆਇਰ ਵੇਵ ਦੇ ਵਿੱਚ ਰਿਪਰੈਜ਼ੈਂਟ ਕੀਤਾ ਤੇ ਐਨਾਲੌਗ ਸਿਗਨਲਸ ਨੂੰ ਸਾਈਨ ਵੇਵ ਦੇ ਵਿੱਚ ਰਿਪਰੈਜ਼ੈਂਟ ਕੀਤਾ, ਜਿਹਦੇ ਵਿੱਚ ਇਹਦਾ ਐਂਪਲੀਟਿਊਡ ਚੇਂਜ ਹੋ ਰਿਹਾ ਵਿਦ ਰਿਸਪੈਕਟ ਟੂ ਟਾਈਮ। ਤੇ ਡਿਜੀਟਲ ਸਿਗਨਲਸ ਦੇ ਵਿੱਚ ਕੀ ਆਪਣੇ ਕੋਲੇ ਡਿਸਕ੍ਰੀਟ ਲੈਵਲ ਸੈੱਟ ਕੀਤੇ ਗਏ ਨੇ 0 ਤੇ 1। 0 ਦਾ ਮਤਲਬ ਕੀ ਹੈ ਲੋ ਲੈਵਲ ਜਾਂ ਆਫ ਸਟੇਟ, ਤੇ 1 ਦਾ ਮਤਲਬ ਕੀ ਹੈ ਹਾਈ ਲੈਵਲ ਜਾਂ ਔਨ ਸਟੇਟ। ਥਰਡ ਪੁਆਇੰਟ ਹੈ ਕੰਟੀਨਿਊਸ ਰੇਂਜ ਆਫ ਵੈਲਿਊ। ਤਾਂ ਇਹਦਾ ਮਤਲਬ ਹੈ ਕਿ ਇੱਕ ਲਿਮਿਟਿਡ ਰੇਂਜ ਦੇ ਵਿੱਚ ਆਪਾਂ ਨੂੰ ਕੋਈ ਨਾ ਕੋਈ ਵੈਲਿਊ ਜ਼ਰੂਰ ਮਿਲੇਗੀ, ਬਟ ਇਹਦੇ 'ਚ ਕੀ ਹੋਏਗਾ ਆਪਣੇ ਕੋਲੇ ਦੋ ਹੀ ਵੈਲਿਊਜ਼ ਨੇ, ਆਈਦਰ 1 ਔਰ ਆਈਦਰ 0। ਫੋਰਥ ਪੁਆਇੰਟ ਰਿਕਾਰਡ ਸਾਊਂਡ ਵੇਵਸ ਐਜ਼ ਦੇ ਆਰ। ਤਾਂ ਇਹ ਕੀ ਹੈ, ਜਿਵੇਂ ਸਾਊਂਡ ਵੇਵਸ ਨੇ ਇੱਕ ਨੈਚੁਰਲ ਸਿਗਨਲਸ ਨੇ ਆਪਣੇ ਕੋਲ, ਤਾਂ ਇਹ ਕੀ ਕਰੇਗਾ ਐਨਾਲੌਗ ਜਿਹੜੇ ਸਿਗਨਲ ਨੇ ਉਹ ਰਿਕਾਰਡ ਕਰਨਗੇ ਸਾਊਂਡ ਵੇਵਸ ਨੂੰ। ਬਟ ਡਿਜੀਟਲ ਦੇ ਕੇਸ ਵਿੱਚ ਆਪਾਂ ਡਾਇਰੈਕਟਲੀ ਇਹਨਾਂ ਨੂੰ ਸਟੋਰ ਨਹੀਂ ਕਰ ਸਕਦੇ, ਆਪਾਂ ਨੂੰ ਐਨਾਲੌਗ ਸਿਗਨਲਸ ਨੂੰ ਕਨਵਰਟ ਕਰਨਾ ਪਏਗਾ ਇੱਕ ਡਿਜੀਟਲ ਸਿਗਨਲ ਦੇ ਵਿੱਚ। ਆਪਾਂ ਨੂੰ ਇੱਕ ਬਾਈਨਰੀ ਵੇਵ ਫਾਰਮ ਦੇ ਵਿੱਚ ਕਨਵਰਟ ਕਰਨਾ ਪਏਗਾ। ਬਾਈਨਰੀ ਵੇਵ ਫਾਰਮ ਦਾ ਮਤਲਬ ਹੈ ਆਪਾਂ ਨੂੰ 1-0 ਦੀ ਫਾਰਮ ਦੇ ਵਿੱਚ ਸਿਗਨਲ ਨੂੰ ਕਨਵਰਟ ਕਰਨਾ ਪਏਗਾ। ਐਨਾਲੌਗ ਸਿਗਨਲ ਸਿਰਫ ਐਨਾਲੌਗ ਡਿਵਾਈਸਿਸ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਤੇ ਡਿਜੀਟਲ ਸਿਗਨਲ ਸਿਰਫ ਡਿਜੀਟਲ ਡਿਵਾਈਸਿਸ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਐਗਜ਼ਾਮਪਲ ਕੰਪਿਊਟਰਸ, ਮੋਬਾਈਲਸ। ਇਹਦੀ ਹੋਰ ਐਗਜ਼ਾਮਪਲਸ ਲੈ ਸਕਦੇ ਆਪਾਂ ਐਨਾਲੌਗ ਸਿਗਨਲ ਦੀਆਂ। ਹਿਊਮਨ ਵੌਇਸ, ਟੈਂਪਰੇਚਰ, ਪ੍ਰੈਸ਼ਰ, ਇਹ ਸਾਰੀਆਂ ਕੀ ਨੇ ਆਪਣੇ ਕੋਲੇ ਐਨਾਲੌਗ ਕੁਆਂਟੀਟੀਜ਼ ਨੇ, ਐਨਾਲੌਗ ਸਿਗਨਲਸ ਨੇ। ਤੇ ਡਿਜੀਟਲ ਸਿਗਨਲਸ ਕਿਹੜੇ ਹੋਣਗੇ, ਕੰਪਿਊਟਰ, ਆਪਟੀਕਲ ਡਰਾਈਵਸ ਐਂਡ ਅਦਰ ਇਲੈਕਟ੍ਰੋਨਿਕ ਡਿਵਾਈਸਿਸ। ਹੁਣ ਆਪਾਂ ਦੇਖਾਂਗੇ ਕਿ ਡਿਜੀਟਲ ਸਿਗਨਲਸ ਦੀਆਂ ਕੀ ਐਡਵਾਂਟੇਜਸ ਨੇ, ਇਹਨਾਂ ਨੂੰ ਕਿਉਂ ਪ੍ਰੈਫਰ ਕੀਤਾ ਜਾਂਦਾ ਹੈ ਐਨਾਲੌਗ ਸਿਗਨਲਸ ਦੇ ਨਾਲੋਂ ਜ਼ਿਆਦਾ। ਫਸਟ ਪੁਆਇੰਟ ਈਜ਼ੀ ਟੂ ਡਿਜ਼ਾਈਨ। ਤਾਂ ਡਿਜੀਟਲ ਸਿਗਨਲਸ ਡਿਸਕ੍ਰੀਟ ਲੈਵਲਸ ਹੁੰਦੇ ਨੇ, ਇਹਨਾਂ ਵਿੱਚ ਦੋ ਹੀ ਲੈਵਲ ਸੈੱਟ ਹੁੰਦੇ ਨੇ 0 ਤੇ 1, ਇਸ ਕਰਕੇ ਇਹਨਾਂ ਦੀਆਂ ਬਹੁਤ ਜ਼ਿਆਦਾ ਸਟੇਜਸ ਨਹੀਂ ਹੁੰਦੀਆਂ ਨੇ, ਇਹਨਾਂ ਨੂੰ ਡਿਜ਼ਾਈਨ ਕਰਨਾ ਈਜ਼ੀ ਹੁੰਦਾ ਹੈ। ਸੈਕਿੰਡ ਪੁਆਇੰਟ ਲੈਸ ਅਫੈਕਟਡ ਬਾਈ ਨੋਇਸ। ਜਦੋਂ ਵੀ ਆਪਾਂ ਐਨਾਲੌਗ ਸਿਗਨਲ ਨੂੰ ਪ੍ਰੋਪੇਗੇਟ ਕਰਦੇ ਹਾਂ ਚੈਨਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੋਇਸ ਕ੍ਰੀਏਟ ਹੁੰਦੀ ਹੈ, ਇਹ ਬਹੁਤ ਵੱਡੀ ਡੀਮੈਰਿਟ ਹੈ। ਇਸੇ ਕਰਕੇ ਹੀ ਐਨਾਲੌਗ ਸਿਗਨਲਸ ਨੂੰ ਘੱਟ ਪ੍ਰੈਫਰ ਕੀਤਾ ਜਾਂਦਾ ਹੈ ਡਿਜੀਟਲ ਸਿਗਨਲਸ ਦੇ ਨਾਲੋਂ। ਆਪਾਂ ਐਗਜ਼ਾਮਪਲ ਲੈਂਦੇ ਹਾਂ ਇੱਕ, ਇਹਨਾਂ ਨੂੰ ਸਟੋਰ ਕਰਨ ਦੇ ਵਿੱਚ ਵੀ ਐਨਾਲੌਗ ਸਿਗਨਲਸ ਨੂੰ ਬਹੁਤ ਜ਼ਿਆਦਾ ਡਿਫਿਕਲਟੀ ਆਉਂਦੀ ਸੀ। ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਜਿਸ ਤਰ੍ਹਾਂ ਪੁਰਾਣੇ ਟਾਈਮ ਦੇ ਵਿੱਚ ਆਪਾਂ CD ਯੂਜ਼ ਕਰਦੇ ਸੀ ਸਟੋਰ ਕਰਨ ਲਈ। ਤਾਂ ਅਗਰ ਤੁਸੀਂ ਇੱਕ CD ਲੈਂਦੇ ਹੋ, ਥੋੜ੍ਹੀ ਦੇਰ ਬਾਅਦ ਉਹਦੇ 'ਚ ਕੋਈ ਆਪਣਾ ਗਾਣਾ ਹੀ ਸਟੋਰ ਕੀਤਾ ਮੰਨ ਲਓ, ਤਾਂ ਉਹਦੇ 'ਤੇ ਸਕ੍ਰੈਚ ਪੈ ਗਏ CD ਉੱਪਰ, ਜਾਂ CD ਖਰਾਬ ਹੋ ਗਈ, ਰਫ ਹੋ ਗਈ ਉਹਦਾ ਸਰਫੇਸ, ਤਾਂ ਜਦੋਂ ਤੁਸੀਂ CD ਪਲੇ ਕਰੋਗੇ ਤਾਂ ਤੁਹਾਡਾ ਗਾਣਾ ਉਹ ਪ੍ਰੋਪਰ ਪਲੇ ਨਹੀਂ ਹੋਏਗਾ, ਉਹਦੇ ਵਿੱਚ ਥੋੜ੍ਹੀ ਬਹੁਤ ਕੀ ਹੋਏਗੀ ਨੋਇਸ ਕ੍ਰੀਏਟ ਹੋ ਜਾਏਗੀ। ਤਾਂ ਇਹ ਬਹੁਤ ਵੱਡਾ ਡੀਮੈਰਿਟ ਸੀ ਐਨਾਲੌਗ ਸਿਗਨਲ ਨੂੰ ਸਟੋਰ ਕਰਨ ਦਾ। ਬਟ ਡਿਜੀਟਲ ਸਿਗਨਲ ਦੇ ਵਿੱਚ ਇਸ ਤਰ੍ਹਾਂ ਦੀ ਨੋਇਸ ਪ੍ਰੋਬਲਮ ਘੱਟ ਹੁੰਦੀ ਹੈ। ਥਰਡ ਪੁਆਇੰਟ ਡਿਜੀਟਲ ਸਿਗਨਲਸ ਕੈਨ ਬੀ ਟਰਾਂਸਮਿਟਡ ਓਵਰ ਲੌਂਗ ਡਿਸਟੈਂਸਿਸ। ਤਾਂ ਡਿਜੀਟਲ ਸਿਗਨਲਸ ਦੇ ਵਿੱਚ ਕੀ ਆ, ਬਾਰ-ਬਾਰ ਤੁਹਾਨੂੰ ਐਂਪਲੀਫਾਇਰ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਸਿਗਨਲ ਘੱਟ ਅਟੈਨੂਏਟ ਹੁੰਦਾ ਹੈ। ਇਸ ਕਰਕੇ ਕੀ ਹੁੰਦਾ, ਆਪਾਂ ਲੌਂਗ ਡਿਸਟੈਂਸ ਤੱਕ ਇਹਨਾਂ ਨੂੰ ਟਰਾਂਸਮਿਟ ਕਰਨਾ ਈਜ਼ੀ ਹੁੰਦਾ ਹੈ ਤੇ ਆਪਾਂ ਲੌਂਗ ਡਿਸਟੈਂਸ ਕਮਿਊਨੀਕੇਸ਼ਨ ਲਈ ਯੂਜ਼ ਕਰ ਸਕਦੇ ਹਾਂ। ਫਾਸਟ ਰਿਸਪੌਂਸ ਟਾਈਮ, ਇਹਨਾਂ ਦਾ ਰਿਸਪੌਂਸ ਟਾਈਮ ਜ਼ਿਆਦਾ ਹੁੰਦਾ ਹੈ ਐਨਾਲੌਗ ਸਿਗਨਲਸ ਦੇ ਨਾਲੋਂ, ਤੇ ਪਾਵਰ ਕੀ ਕਰਦੇ ਘੱਟ ਕੰਜ਼ਿਊਮ ਕਰਦੇ ਨੇ ਐਜ਼ ਕੰਪੇਅਰ ਟੂ ਐਨਾਲੌਗ ਸਿਗਨਲਸ। ਹੁਣ ਆਪਾਂ ਦੇਖਾਂਗੇ ਕਿ ਡਿਜੀਟਲ ਸਿਗਨਲਸ ਦੀਆਂ ਕੀ ਐਪਲੀਕੇਸ਼ਨਸ ਨੇ। ਸਭ ਤੋਂ ਵਧੀਆ ਐਗਜ਼ਾਮਪਲ ਦੇਵਾਂ ਤਾਂ ਆਪਾਂ ਇਸ ਵੀਡੀਓ ਲੈਕਚਰ ਦੀ ਹੀ ਲੈ ਸਕਦੇ ਹਾਂ। ਜਿਸ ਤਰ੍ਹਾਂ ਤੁਸੀਂ ਸਾਰੇ ਆਪਣੀ ਫੋਨ ਦੀ ਸਕਰੀਨ 'ਤੇ ਦੇਖ ਰਹੇ ਹੋ, ਇਹ ਇੱਕ ਡਿਜੀਟਲ ਸਿਸਟਮ ਦੀ ਬਹੁਤ ਵਧੀਆ ਐਗਜ਼ਾਮਪਲ ਹੈ। ਤੁਸੀਂ ਆਪਣੇ ਫੋਨ ਜਾਂ ਕੰਪਿਊਟਰ ਸਕਰੀਨ 'ਤੇ ਦੇਖ ਰਹੇ ਹੋ। ਤਾਂ ਦੂਸਰੀ ਦੀ ਐਗਜ਼ਾਮਪਲ ਲੈਂਦੇ ਆਪਾਂ ਸੈਟੇਲਾਈਟ। ਦੇਖੋ ਸੈਟੇਲਾਈਟ ਕਾਹਦੇ ਲਈ ਯੂਜ਼ ਹੁੰਦੇ ਨੇ, ਬ੍ਰੌਡਕਾਸਟਿੰਗ ਲਈ, ਜਿਹਦੇ ਵਿੱਚ ਕੀ ਹੁੰਦਾ ਰੀਅਲ ਟਾਈਮ ਡਾਟਾ ਮੋਨੀਟਰ ਕਰਨ ਦੀ ਜ਼ਰੂਰਤ ਪੈਂਦੀ ਹੈ। ਤਾਂ ਇਹਦੇ ਲਈ ਕੀ ਹੁੰਦਾ ਡਿਜੀਟਲ ਡਿਵਾਈਸਿਸ ਯੂਜ਼ ਕੀਤੇ ਜਾਂਦੇ ਨੇ, ਤਾਂ ਹੀ ਆਪਾਂ ਸਾਰਾ ਰੀਅਲ ਟਾਈਮ ਡਾਟਾ ਕੈਪਚਰ ਕਰ ਸਕਦੇ ਹਾਂ। ਆਪਣੀਆਂ ਜਿੰਨੀਆਂ ਵੀ ਵਾਚਿਸ ਹੋ ਗਈਆਂ, ਡਿਜੀਟਲ ਵਾਚਿਸ, ਕੈਲਕੂਲੇਟਰ, ਇਹ ਸਭ ਕਾਹਦੀਆਂ ਐਗਜ਼ਾਮਪਲਸ ਨੇ ਡਿਜੀਟਲ ਡਿਵਾਈਸਿਸ ਦੀਆਂ ਨੇ। ਤੇ ਸਾਰੇ ਡਿਜੀਟਲ ਡਿਵਾਈਸਿਸ ਡਿਜੀਟਲ ਸਿਗਨਲਸ 'ਤੇ ਹੀ ਆਪਰੇਟ ਕਰਦੇ ਨੇ। ਸਮਾਰਟ ਕੰਪਿਊਟਰ, ਠੀਕ ਹੈ, ਜਿੰਨੇ ਵੀ ਕੰਪਿਊਟਰ ਯੂਜ਼ ਕਰਦੇ ਹਾਂ ਆਪਾਂ ਸਾਰੇ ਸਮਾਰਟ ਕੰਪਿਊਟਰਸ, ਉਹ ਸਾਰੇ ਡਿਜੀਟਲ ਡਾਟਾ 'ਤੇ ਹੀ ਪ੍ਰੋਸੈਸ ਹੁੰਦੇ ਨੇ। ਹੁਣ ਆਪਾਂ ਦੇਖਦੇ ਹਾਂ ਕਿ ਪਹਿਲਾਂ ਦੇ ਟਾਈਮ ਨਾਲੋਂ ਹੁਣ ਜਿੰਨੀ ਵੀ ਆਪਣੀ ਇੰਡਸਟਰੀ ਵਿੱਚ ਐਡਵਾਂਸਮੈਂਟ ਅਤੇ ਰੈਵੋਲਿਊਸ਼ਨ ਆਈ ਹੈ, ਇਹ ਸਭ ਆਈਸੀਸ ਕਰਕੇ ਆਈ ਆ। ਆਈਸੀਸ ਦਾ ਮਤਲਬ ਹੁੰਦਾ ਇੰਟੀਗ੍ਰੇਟਿਡ ਸਰਕਿਟਸ, ਅਤੇ ਇੰਟੀਗ੍ਰੇਟਿਡ ਸਰਕਿਟਸ ਦੇ ਵਿੱਚ ਕੀ ਹੁੰਦਾ ਸਾਰੇ ਡਿਜੀਟਲ ਡਿਵਾਈਸਿਸ ਹੀ ਯੂਜ਼ ਕੀਤੇ ਜਾਂਦੇ ਨੇ। ਇਸੇ ਕਰਕੇ ਹੀ ਇੰਨੇ ਜ਼ਿਆਦਾ ਆਪਾਂ ਐਡਵਾਂਸਮੈਂਟ ਹੋ ਗਈ ਆ, ਆਪਾਂ ਫੋਨ 'ਤੇ ਘਰ ਬੈਠੇ ਹੀ ਇੰਨੀ ਦੂਰ ਦੂਰ ਤੱਕ ਕੋਈ ਵੀ ਚੀਜ਼ ਦੇਖ ਸਕਦੇ ਹਾਂ। ਤਾਂ ਇਹਦੀ ਇੱਕ ਹੋਰ ਐਪਲੀਕੇਸ਼ਨ ਹੈ ਰੋਬੋਟਿਕਸ।
ਤਾਂ ਡਿਜੀਟਲ ਸਿਗਨਲਸ ਨੂੰ ਰੋਬੋਟਿਕਸ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ। ਹੁਣ ਇਹਨਾਂ ਸਾਰੀ ਐਪਲੀਕੇਸ਼ਨਸ ਕਰਕੇ ਹੀ ਡਿਜੀਟਲ ਸਿਗਨਲਸ ਨੂੰ ਪ੍ਰੈਫਰ ਕੀਤਾ ਜਾਂਦਾ ਹੈ ਐਨਾਲੌਗ ਸਿਗਨਲਸ ਦੇ ਉੱਪਰ, ਕਿਉਂਕਿ ਐਨਾਲੌਗ ਸਿਗਨਲਸ ਦੀਆਂ ਬਹੁਤ ਸਾਰੀਆਂ ਡੀਮੈਰਿਟਸ ਨੇ। ਇਹਨਾਂ ਨੂੰ ਸਟੋਰ ਕਰਨਾ ਵੀ ਬਹੁਤ ਡਿਫਿਕਲਟ ਹੁੰਦਾ ਹੈ, ਇਹਨਾਂ ਦੇ ਵਿੱਚ ਨੋਇਸ ਬਹੁਤ ਜ਼ਿਆਦਾ ਕ੍ਰੀਏਟ ਹੋ ਜਾਂਦੀ ਹੈ, ਇਸ ਕਰਕੇ ਹੀ ਐਨਾਲੌਗ ਸਿਗਨਲ ਨੂੰ ਘੱਟ ਪ੍ਰੈਫਰ ਕੀਤਾ ਜਾਂਦਾ ਹੈ ਡਿਜੀਟਲ ਸਿਗਨਲਸ ਦੇ ਨਾਲੋਂ। ਤਾਂ ਇਹ ਸੀ ਆਪਣਾ ਪਹਿਲਾ ਚੈਪਟਰ ਡਿਜੀਟਲ ਇਲੈਕਟ੍ਰੋਨਿਕਸ ਦਾ ਇੰਟਰੋਡਕਸ਼ਨ, ਜਿਹਦੇ ਵਿੱਚ ਆਪਾਂ ਡਿਜੀਟਲ ਇਲੈਕਟ੍ਰੋਨਿਕਸ ਦੀ ਬੇਸਿਕ ਡੈਫੀਨੇਸ਼ਨ ਦੇਖੀ ਕਿ ਕੀ ਹੁੰਦੀ ਹੈ, ਸਿਗਨਲਸ ਕਿੰਨੇ ਤਰ੍ਹਾਂ ਦੇ ਹੁੰਦੇ ਨੇ। ਆਪਾਂ ਦੋਵੇਂ ਐਨਾਲੌਗ ਤੇ ਡਿਜੀਟਲ ਸਿਗਨਲ ਨੂੰ ਡਿਟੇਲ ਦੇ ਵਿੱਚ ਪੜ੍ਹਿਆ। ਉਮੀਦ ਹੈ ਕਿ ਤੁਹਾਨੂੰ ਪਹਿਲਾ ਲੈਕਚਰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਤਾਂ ਆਪਾਂ ਇਹਦਾ ਨੈਕਸਟ ਚੈਪਟਰ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਧੰਨਵਾਦ।